ਜਾਗੇ ਸੁਖਦੇਵ ਅਰ ਅਕਰੂਰ। ਬਸੰਤ ਕਬੀਰ ਜੀ। ਸੁਖਦੇਵ ਜੀ ਦੇ ਜਨਮ ਬਾਬਤ ਮਹਾਭਾਰਤ ਵਿੱਚ ਲਿਖਿਆ ਹੈ ਕਿ ਇੱਕ ਵੇਲੇ ਬਿਆਸ ਰਿਖੀ ਲੱਕੜਾ ਮੰਥਨ ਕਰ ਰਹੇ ਸਨ ਕਿ ਆਪ ਦਾ ਬੀਰਜ ਪਤਨ ਹੋ ਗਿਆ ਤੇ ਅਰਨ ਲੱਕੜੀ ਉੱਤੇ ਡਿੱਗ ਪਿਆ। ਉਸ ਅਰਨੀ ਨੂੰ ਮੰਥਨ ਕਰਦੇ ਰਹਿਣ ਤੋਂ ਸੁਖਦੇਵ ਜੀ ਪੈਦਾ ਹੋ ਗਏ। ਪਰ ਕਈ ਹੋਰ ਜਗ੍ਹਾ 'ਤੇ ਲਿਖਿਆ ਹੈ ਕਿ ਕੇਰਾਂ ਪਾਰਵਤੀ ਦੇ ਬਹੁਤ ਕਹਿਣ 'ਤੇ ਸ਼ਿਵ ਜੀ ਉਹਨੂੰ ਅਮਰ ਕਥਾ ਸੁਣਾਉਣ ਲੱਗੇ। ਕਥਾ ਸੁਣਦੀ ਸੁਣਦੀ ਪਾਰਵਤੀ ਸੌਂ ਗਈ, ਪਰ ਪਹਾੜਾਂ ਦੀਆਂ ਕੰਦਰਾਂ ਵਿੱਚ ਬੈਠਾ ਹੋਇਆ ਇੱਕ ਤੋਤਾ ਕਥਾ ਸੁਣਦਾ ਰਿਹਾ ਤੇ ਹੁੰਗਾਰਾ ਭਰਦਾ ਰਿਹਾ। ਇਸ ਤਰ੍ਹਾਂ ਉਹਨੇ ਸਾਰੀ ਕਥਾ ਸੁਣ ਲਈ। ਜੇ ਸ਼ਿਵ ਜੀ ਨੂੰ ਤੋਤੇ ਦੀ ਕਥਾ ਸੁਣ ਲੈਣ ਦਾ ਪਤਾ ਲੱਗਾ ਤਾਂ ਉਹਨੂੰ ਮਾਰਨ ਵਾਸਤੇ ਤ੍ਰਿਸ਼ੂਲ ਲੈ ਕੇ ਮਗਰ ਦੌੜਿਆ। ਤੋਤਾ ਆਪਣੀ ਜਾਨ ਬਚਾਉਣ ਲਈ ਨੱਠਾ। ਅੱਗੇ ਵਿਆਸ ਜੀ ਦੀ ਇਸਤਰੀ ਰੀਤੂ ਇਸ਼ਨਾਨ ਕਰਕੇ ਬੈਠੀ ਸੀ। ਤੋਤਾ ਉਹਦੇ ਗਰਭ ਵਿੱਚ ਵੜ ਕੇ ਬੈਠ ਗਿਆ। ਸ਼ਿਵ ਜੀ ਵਿਆਸ ਜੀ ਦੇ ਬੂਹੇ ਅੱਗੇ ਬੈਠ ਗਿਆ। ਜਦੋਂ ਬਾਲਕ ਜਨਮੇਗਾ ਉਦੋਂ ਉਹਨੂੰ ਮਾਰ ਕੇ ਹੀ ਜਾਵਾਂਗਾ। ਤੋਤਾ ਅਮਰ ਕਥਾ ਸੁਣ ਕੇ ਤਾਂ ਅਮਰ ਹੋ ਹੀ ਚੁੱਕਾ ਸੀ। ਉਸਨੂੰ ਇਹ ਸਾਰੀ ਗੱਲ ਦਾ ਪਤਾ ਤਾਂ ਲੱਗ ਗਿਆ ਕਿ ਮੇਰਾ ਦੁਸ਼ਮਣ ਸ਼ਿਵ ਜੀ ਰਿਖੀ ਦੇ ਬੂਹੇ ਤੇ ਬੈਠਾ ਹੈ, ਪਰ ਇਸ ਲਈ ਉਹ 12 ਵਰੇ ਗਰਭ ਤੋਂ ਬਾਹਰ ਹੀ ਨਾ ਨਿਕਲਿਆ। ਮਾਂ ਦੇ ਪੇਟ ਵਿੱਚ ਬੈਠਾ ਹੀ ਭਜਨ ਕਰਦਾ ਰਿਹਾ। ਅੰਤ ਨੂੰ ਰਿਖੀ ਦੀ ਪਤਨੀ ਬਹੁਤ ਹੀ ਲਾਚਾਰ ਹੋਈ ਤੇ ਉਸਨੇ ਨਿਰੰਕਾਰ ਦੇ ਚਰਨਾਂ ਵਿੱਚ ਪੁਕਾਰ ਕੀਤੀ। ਦੁਖੀ ਇਸਤਰੀ ਦੀ ਪੁਕਾਰ ਸੁਣ ਕੇ ਸ਼੍ਰੀ ਪਰਮਾਤਮ ਦੇਵ ਨੇ ਸੁੱਕ ਤੋਤੇ ਨੂੰ ਪੇਟ ਤੋਂ ਬਾਹਰ ਆਉਣ ਲਈ ਕਿਹਾ। ਅੱਗੋਂ ਤੋਤੇ ਨੇ ਬੇਨਤੀ ਕੀਤੀ, ਭਗਵਾਨ ਮੇਰੀ ਜਾਨ ਦਾ ਵੈਰੀ ਸ਼ਿਵ ਜੀ ਰਿਖੀ ਦੇ ਬੂਹੇ ਅੱਗੇ ਬੈਠਾ, ਮੈਂ ਕਿਸ ਤਰ੍ਹਾਂ ਬਾਹਰ ਨਿਕਲਾਂ। ਉਸੇ ਵੇਲੇ ਵਿਸ਼ਨੂੰ ਨੇ ਬੁੱਢੇ ਬਾਹਮਣ ਦਾ ਰੂਪ ਧਾਰ ਕੇ ਸ਼ਿਵ ਜੀ ਨੂੰ ਆਣ ਕੇ ਪੁੱਛਿਆ, ਤੂੰ ਇੱਥੇ ਕਿਉਂ ਬੈਠਾ। ਸ਼ਿਵ ਜੀ ਨੇ ਕਿਹਾ, ਇੱਕ ਤੋਤੇ ਨੇ ਧੋਖੇ ਨਾਲ ਮੇਰੇ ਕੋਲੋਂ ਅਮਰ ਕਥਾ ਸੁਣ ਲਈ ਹੈ ਤੇ ਉਹ ਹੁਣ ਇਹ ਰਿਖੀ ਦੀ ਇਸਤਰੀ ਦੇ ਗਰਭ ਵਿੱਚ ਆਣ ਕੇ ਵਸਿਆ ਹੈ। ਜਦੋਂ ਬਾਹਰ ਨਿਕਲੇਗਾ ਮੈਂ ਉਹਨੂੰ ਮਾਰਾਂਗਾ, ਇਸ ਲਈ ਇੱਥੇ ਬੈਠਾ। ਬੁੱਢੇ ਬਾਹਮਣ ਨੇ ਪੁੱਛਿਆ, ਅਮਰ ਕਥਾ ਸੁਣਨ ਦਾ ਫਲ ਕੀ ਹੈ। ਸ਼ਿਵ ਜੀ ਨੇ ਉੱਤਰ ਦਿੱਤਾ, ਮਰਨ ਅਤੇ ਜਨਮ ਤੋਂ ਰਹਿਤ ਹੋਣਾ ਹੀ ਅਮਰ ਕਥਾ ਦਾ ਫਲ ਹੈ। ਅੱਗੋਂ ਬੁੱਢੇ ਬਾਹਮਣ ਨੇ ਹੱਸ ਕੇ ਕਿਹਾ, ਭੋਲਿਆ, ਜੇ ਅਮਰ ਕਥਾ ਸੁਣ ਕੇ ਅਮਰ ਹੀ ਹੋ ਚੁੱਕਾ ਹੈ ਤੇ ਤੂੰ ਉਹਨੂੰ ਮਾਰ ਸਕਦਾ। ਇਹ ਸੁਣਦਿਆਂ ਹੀ ਸ਼ਿਵ ਜੀ ਦਾ ਭੰਗਤ ਧੂਰੇ ਦਾ ਨਸ਼ਾ ਤੇ ਉਤਰ ਗਿਆ ਤੇ ਉਹਦੀ ਬੁੱਧੀ ਚੇਤਨ ਹੋ ਗਈ ਤੇ ਆਪਣੀ ਭੁੱਲ ਤੇ ਡਾਢਾ ਸ਼ਰਮਿੰਦਾ ਹੋਇਆ ਤੇ ਉੱਠ ਕੇ ਆਪਣੇ ਸਥਾਨ ਨੂੰ ਚਲਾ ਗਿਆ। ਮਗਰੋਂ ਭਗਵਾਨ ਨੇ ਗਰਭਵਾਸੀ ਸੁੱਖ ਨੂੰ ਬਾਹਰ ਆਉਣ ਲਈ ਕਿਹਾ ਤਾਂ ਉਹਨੇ ਕਿਹਾ, ਭਗਵਾਨ ਮੈਂ ਇੱਥੇ ਬੈਠਾ ਠੀਕ ਹਾਂ, ਬਾਹਰ ਤੇਰੀ ਮਾਇਆ ਹੈ ਜੋ ਤੇਰੇ ਚਰਨਾਂ ਨਾਲੋਂ ਵਿਛੋੜ ਦਿੰਦੀ ਹੈ। ਇੱਥੇ ਮਾਇਆ ਦਾ ਕੋਈ ਮੋਹ ਨਹੀਂ, ਮੈਂ ਕੇਵਲ ਤੇਰਾ ਸਿਮਰਨ ਦਾ ਹੀ ਆਸਰਾ ਹੈ। ਇਸ ਲਈ ਮੈਂ ਇੱਥੇ ਸੁਖੀ ਹਾਂ, ਤੇਰਾ ਨਾਮ ਜਪ ਰਿਹਾ ਹਾਂ। ਬਾਹਰ ਆਇਆ ਤੇ ਤੇਰਾ ਨਾਮ ਭੁੱਲ ਜਾਏਗਾ ਤੇ ਤੇਰੀ ਮਾਇਆ ਤੇਰੇ ਚਰਨਾਂ ਨਾਲੋਂ ਲਿਵ ਉਡਾ ਦੇਗੀ, ਮੋਹ ਦੀ ਫਾਈ ਗਲ ਪੈ ਜਾਏਗੀ ਤੇ ਤੇਰੇ ਵੱਲੋਂ ਮੈਨੂੰ ਬੇਮੁਖ ਕਰ ਦੇਗੀ। ਤਦ ਭਗਵਾਨ ਨੇ ਕਿਹਾ, ਤੇਰੇ ਜੰਮਣ ਸਮੇਂ 2.5 ਘੜੀਆਂ ਵਾਸਤੇ ਮੇਰੀ ਮਾਇਆ ਲੁਕ ਜਾਏਗੀ, ਤੂੰ ਬਾਹਰ ਆ ਜਾ। ਇਹ ਸੁਣ ਕੇ ਸੁੱਖ 12 ਵਰੇ ਮਗਰੋਂ ਮਾਂ ਦੇ ਪੇਟ ਵਿੱਚੋਂ ਬਾਹਰ ਆਏ ਤੇ ਜੰਮਦਾ ਹੀ ਉਦਾਸੀ ਹੋ ਕੇ ਘਰ ਤੋਂ ਤੁਰ ਗਿਆ। ਪਿਤਾ ਵਿਆਸ ਨੇ ਮਗਰੋਂ ਆਵਾਜ਼ਾਂ ਮਾਰੀਆਂ ਤਾਂ ਸਿੱਧ ਪੁਰਖ ਸੁੱਖ ਨੇ ਦਰਖਤ ਦੇ ਵਿਚਦੀ ਹੋ ਕੇ ਪਿਤਾ ਨੂੰ ਆਵਾਜ਼ਾਂ ਦਿੱਤੀਆਂ, ਮੈਂ ਸੁੱਖ ਹਾਂ, ਮੈਂ ਸੁੱਖ ਹਾਂ ਆਦਿਕ। ਜਿੰਨਾ ਚਿਰ ਆਪ ਨੇ ਬਾਹਰ ਜਾ ਕੇ ਸਮਾਧੀ ਨਹੀਂ ਲਗਾ ਲਈ ਉਹਨਾਂ ਚਿਰ ਮਾਇਆ ਲੋਪ ਰਹੀ। ਜਦ ਸੁੱਖ ਸਮਾਧੀ ਲਾ ਕੇ ਬਹਿ ਗਿਆ ਤਾਂ ਮਾਇਆ ਨੇ ਜਗਤ ਵਿੱਚ ਫੇਰਾ ਪਾਇਆ। ਜਿਸ ਵੇਲੇ ਸੁੱਖ ਦਾ ਜਨਮ ਹੋਇਆ ਸੀ ਉਸ ਵੇਲੇ ਹੋਰ ਜਿੰਨੇ ਵੀ ਲੜਕੇ ਜਨਮੇ ਸਨ ਉਹ ਮਾਇਆ ਦੇ ਮੋਹ ਤੋਂ ਬਚ ਗਏ ਸਨ। ਉਹਨਾਂ ਦਾ ਨਾਮ ਜਗਤ ਵਿੱਚ ਸਿੱਧ ਪ੍ਰਸਿੱਧ ਹੋਇਆ ਹੈ। ਉਹਨਾਂ ਦੀ ਗਿਣਤੀ 84 ਹੈ, ਅਰਥਾਤ ਸਿੱਧ ਦੋ ਤਰ੍ਹਾਂ ਦੇ ਹੋਏ ਹਨ। ਇੱਕ ਉਹ ਜਿਨ੍ਹਾਂ ਨੇ ਸੁਖਦੇਵ ਦੇ ਜਨਮ ਸਮੇਂ ਜਨਮ ਲੈਣ ਕਰਕੇ ਪਰਮਾਤਮਾ ਦੀ ਮਿਹਰ ਨਾਲ ਸ਼ੁਰੂ ਤੋਂ ਹੀ ਸਿੱਧੀ ਮਿਲ ਗਈ ਸੀ ਤੇ ਦੂਜੇ ਉਹ ਜਿਨ੍ਹਾਂ ਨੇ ਅਨੇਕਾਂ ਜਪ ਤਪ ਆਦਿਕ ਸਾਧਨਾ ਕਰਕੇ ਸਿੱਧਤਾ ਪਾਈ ਹੈ। ਜਿਨ੍ਹਾਂ ਨੇ ਜਨਮ ਤੋਂ ਹੀ ਸਿੱਧਤਾ ਪਾਈ ਉਹ 84 ਹਨ। ਜੈਸਾ ਕਿ ਭਾਈ ਗੁਰਦਾਸ ਸਾਹਿਬ ਜੀ ਕਵਿਤਾ ਵਿੱਚ ਫਰਮਾਉਂਦੇ ਹਨ, ਜੈਸੇ ਸੁਖਦੇਵ ਕੇ ਜਨਮ ਸਮੇਂ ਜਾਕੋ ਜਾਕੋ ਜਨਮ ਭਇਓ ਤੇ ਸਕਲ ਸਿੱਧ ਜਾਨੀਏ। ਸੁਖਦੇਵ ਨੇ ਘੋਰ ਤਪ ਕੀਤਾ। ਇਹਨਾਂ ਦੇ ਸਿਰ ਦੀਆਂ ਜੜਾਵਾਂ ਧਰਤੀ ਨਾਲ ਲੱਗ ਗਈਆਂ ਤੇ ਉਹਨਾਂ ਦੀਆਂ ਚਿੜੀਆਂ ਨੇ ਆਲਣਾ ਬਣਾ ਲਿਆ। ਇੱਕ ਦਿਨ ਇੱਕ ਚਿੜੇ ਨੇ ਚਿੜੀ ਨੂੰ ਕਿਹਾ, ਹੇ ਭੱਦਰੇ, ਇਹ ਜਿਸ ਰਿਖੀ ਦੇ ਸਿਰ ਵਿੱਚ ਅਸੀਂ ਘਰ ਬਣਾ ਕੇ ਰਹਿੰਦੇ ਹਾਂ ਇਹ ਨਿਗੁਰਾ ਹੈ, ਇਸ ਲਈ ਇਹ ਨਰਕਾਂ ਨੂੰ ਜਾਏਗਾ। ਸਾਨੂੰ ਇਹਦਾ ਵਾਸ ਛੱਡ ਦੇਣਾ ਚਾਹੀਦਾ, ਕਿਤੇ ਇਹਦੀ ਸੰਗਤ ਕਰਕੇ ਅਸੀਂ ਵੀ ਨਰਕਾਂ ਨੂੰ ਨਾ ਜਾ ਪਈਏ। ਇਹ ਕਹਿ ਕੇ ਉਹ ਚਿੜਾ ਤੇ ਚਿੜੀ ਉੱਡ ਗਏ। ਉਹਨਾਂ ਦੀ ਇਹ ਗੱਲ ਸੁਣ ਕੇ ਸੁਖਦੇਵ ਨੂੰ ਵੀ ਫਿਕਰ ਲੱਗਾ। ਉਸੇ ਵੇਲੇ ਆਪਣੇ ਪਿਤਾ ਵਿਆਸ ਕੋਲ ਜਾ ਕੇ ਸਾਰੀ ਵਾਰਤਾ ਸੁਣਾਈ ਤੇ ਪੁੱਛਿਆ, ਮੈਂ ਗੁਰੂ ਕਿਸ ਨੂੰ ਧਾਰਾਂ। ਤਾਂ ਪਿਤਾ ਵਿਆਸ ਨੇ ਉੱਤਰ ਦਿੱਤਾ, ਇਸ ਸਮੇਂ ਵਿੱਚ ਗੁਰੂ ਹੋਣ ਦੇ ਯੋਗ ਰਾਜਾ ਜਨਕ ਹੈ, ਤੂੰ ਉਸਦੇ ਦਰ 'ਤੇ ਜਾ। ਪਿਤਾ ਦੀ ਆਗਿਆ ਸੁਣ ਕੇ ਸੁਖਦੇਵ ਮੁਨੀ ਜੀ ਰਾਜਾ ਜਨਕ ਦੇ ਦਰ 'ਤੇ ਪੁੱਜ ਗਏ। ਸੁਖਦੇਵ ਜੀ ਸਿੰਘ ਪੌਰ ਡਿਉੜੀ ਵਿੱਚ ਤੁੰਬੀ ਤੇ ਕੁਪੀਨ ਲੰਗੋਟੀ ਰੱਖ ਕੇ ਅੰਦਰ ਰਾਜ ਦੇ ਦਰਬਾਰ ਵਿੱਚ ਚਲੇ ਗਏ। ਅੰਦਰ ਜਾ ਕੇ ਵੇਖਿਆ ਕਿ ਰਾਜਾ ਜਨਕ ਜੀ ਦੇ ਇੱਕ ਪੈਰ ਉਬਲਦੇ ਤੇਲ ਦੇ ਕੜਾਹੀ ਵਿੱਚ ਰੱਖਿਆ ਹੋਇਆ ਹੈ ਤੇ ਦੂਜਾ ਪੈਰ ਰਾਣੀਆਂ ਦੇ ਪੱਟਾਂ ਉੱਤੇ ਰੱਖ ਕੇ ਬੈਠੇ ਹੋਏ ਹਨ। ਇਹ ਸਾਰਾ ਕੁਝ ਵੇਖ ਕੇ ਸੁਖਦੇਵ ਦੇ ਮਨ ਵਿੱਚ ਫੁਰਨਾ ਹੋਇਆ ਕਿ ਪਿਤਾ ਜੀ ਨੇ ਮੈਨੂੰ ਕਿਸ ਵਿਸ਼ੇ ਦੇ ਦਰ 'ਤੇ ਭੇਜਿਆ ਹੈ। ਅਜੇ ਸੁਖਦੇਵ ਇਹ ਸੋਚ ਹੀ ਰਿਹਾ ਸੀ ਕਿ ਇੰਨੇ ਨੂੰ ਇੱਕ ਦਰਬਾਰ ਨੇ ਆਣ ਕੇ ਅਰਜ਼ ਕੀਤੀ, ਮਹਾਰਾਜ ਸ਼ਹਿਰ ਨੂੰ ਅੱਗ ਲੱਗ ਗਈ ਹੈ, ਕੀ ਹੁਕਮ ਹੈ। ਤਾਂ ਰਾਜੇ ਨੇ ਕਿਹਾ, ਚੰਗਾ, ਜਿਵੇਂ ਕਰਤਾਰ ਦਾ ਭਾਣਾ। ਥੋੜੇ ਚਿਰ ਮਗਰੋਂ ਦੂਜੇ ਨੇ ਆਣ ਕੇ ਕਿਹਾ, ਮਹਾਰਾਜ ਜੀ ਸ਼ਹਿਰ ਸੜ ਚੁੱਕਾ ਹੈ, ਹਾਥੀ ਘੋੜੇ ਸੜ ਰਹੇ ਹਨ ਅਤੇ ਮਹਿਲਾਂ ਤੱਕ ਅੱਗ ਪਹੁੰਚ ਗਈ ਹੈ, ਕੀ ਕੀਤਾ ਜਾਵੇ। ਰਾਜੇ ਜਨਕ ਨੇ ਕਿਹਾ, ਆਪੇ ਪਾਵਕ ਆਪੇ ਪਵਨਾ,
ਜਾਰੇ ਖਸਮ ਤਾਂ ਰਾਖੇਗਾ ਨਾ। ਅਜੇ ਇੱਧਰ ਇਹ ਗੱਲਾਂ ਹੋ ਹੀ ਰਹੀਆਂ ਸਨ ਕਿ ਇਹਨਾਂ ਨੂੰ ਤੀਜਾ ਸੇਵਕ ਆ ਕੇ ਕਹਿਣ ਲੱਗਾ, ਮਹਾਰਾਜ ਹੁਣ ਤਾਂ ਸਿੰਘਪੁਰ ਡਿਓੜੀ ਨੂੰ ਅੱਗ ਲੱਗ ਗਈ ਹੈ, ਆਪ ਇਸ ਸਥਾਨ ਤੋਂ ਬਾਹਰ ਨਿਕਲ ਜਾਓ। ਤਾਂ ਰਾਜੇ ਨੇ ਕਿਹਾ, ਰਾਮ ਜਪਤ ਤਨ ਜਰ ਕੀ ਨਾ ਜਾਏ, ਰਾਮ ਨਾਮ ਚਿਤ ਰਿਆ ਸਮਾਏ। ਰਹਾਓ, ਜਾਕੋ ਜਰੇ ਕਾਹੇ ਹੋਏ ਹਾਨ, ਨਟਵਟ ਖੇਲੇ ਸਾਰਿੰਗ ਪਾਣ। ਕਬੀਰ ਜੀ। ਰਾਜਾ ਜਨਕ ਜੀ ਤਾਂ ਦਰਬਾਰ ਨੂੰ ਕਹਿ ਹੀ ਰਹੇ ਸਨ, ਪਰ ਸੁਖਦੇਵ ਜੀ ਉੱਥੋਂ ਉੱਠ ਕੇ ਬਾਹਰ ਨੂੰ ਤੁਰ ਪਏ। ਰਾਜੇ ਨੇ ਪੁੱਛਿਆ, ਲਿਖੀ ਜੀ ਕਿੱਥੇ ਜਾਂਦੇ ਹੋ? ਸੁਖਦੇਵ ਨੇ ਉੱਤਰ ਦਿੱਤਾ, ਡਿਓੜੀ ਵਿੱਚ ਮੈਂ ਤੁੰਬੀ ਤੇ ਕੁਪੀਨ ਰੱਖ ਕੇ ਆਇਆ ਸਾਂ, ਕਿਤੇ ਸੜ ਨਾ ਜਾਏ, ਉਸਨੂੰ ਚੁੱਕਣ ਚੱਲਿਆ ਹਾਂ। ਰਾਜੇ ਨੇ ਜਰਾ ਤਮਕ ਕੇ ਕਿਹਾ, ਕਿ ਇਹੋ ਮਾਇਆ ਤੋਂ ਅਤੀਤ ਪੁਣਾ ਹੈ। ਸਾਰਾ ਸ਼ਹਿਰ ਸੜ ਗਿਆ, ਹਾਥੀ ਘੋੜੇ ਸੜ ਗਏ, ਜਿਸ ਮਹਿਲ ਵਿੱਚ ਅਸੀਂ ਬੈਠੇ ਉਹਨੂੰ ਅੱਗ ਲੱਗੀ ਹੋਈ ਹੈ। ਪਰ ਵਿਸ਼ਈ ਰਾਜੇ ਨੇ ਸਾਰਾ ਕੁਝ ਸੜਦਾ ਵੇਖ ਕੇ ਸੀ ਨਹੀਂ ਕੀਤੀ, ਉਹਨੂੰ ਬੁਝਾਉਣ ਦਾ ਯਤਨ ਨਹੀਂ ਕੀਤਾ, ਕਿਸੇ ਵਸਤੂ ਨੂੰ ਅੱਗ ਤੋਂ ਬਚਾਉਣ ਦਾ ਹੁਕਮ ਨਹੀਂ ਦਿੱਤਾ। ਪਰ ਤੂੰ ਤਿਆਗੀ ਹੋ ਕੇ, ਅਤੀਤ ਹੋ ਕੇ ਤੇ ਜੰਮਦਾ ਹੀ ਮਾਇਆ ਦੇ ਮੋਹ ਤੋਂ ਰਹਿਤ ਹੋ ਕੇ ਵਿਰਕਤ ਹੋ ਰਿਹਾ ਹੈ, ਤੇ ਇੱਕ ਤੁੰਬੀ ਤੇ ਲੰਗੂਟੀ ਦੇ ਮਗਰ ਭੱਜਾ ਫਿਰਦਾ। ਕਿਸੇ ਦਾ ਨਾਮ ਵਿਰਕਤ ਹੈ? ਇਹ ਕਹਿ ਕੇ ਰਾਜੇ ਨੇ ਸੁਖਦੇਵ ਨੂੰ ਧੱਕੇ ਮਰਵਾ ਕੇ ਬਾਹਰ ਕੱਢ ਦਿੱਤਾ। ਧੱਕੇ ਖਾ ਕੇ ਸ਼ਰਮਿੰਦਾ ਹੋ ਕੇ ਭੈੜਾ ਜਿਹਾ ਮੂੰਹ ਬਣਾ ਕੇ ਸੁਖਦੇਵ ਪਿਤਾ ਦੇ ਕੋਲ ਪੁੱਜਾ ਤੇ ਜੋ ਕੁਝ ਹੱਡ ਵਰਤੀ ਸਾਰੀ ਜਿਉਂਦੀ ਤੈਂ ਕਹਿ ਸੁਣਾਈ। ਇਹ ਸੁਣ ਕੇ ਵਿਆਸ ਪਿਤਾ ਨੇ ਕਿਹਾ, ਕਬੀਰ ਕਸੌਟੀ ਰਾਮ ਕੀ, ਝੂਠਾ ਟਿਕੇ ਨਾ ਕੋਏ, ਰਾਮ ਕਸੌਟੀ ਸੋ ਸਹੇ, ਜੋ ਮਰ ਜੀਵਾ ਹੋਏ। ਸ਼ਲੋਕ ਕਬੀਰ ਜੀ। ਪੁੱਤਰ, ਇਸ ਸਮੇਂ ਵਿੱਚ ਰਾਜੇ ਜਨਕ ਤੋਂ ਬਿਨਾਂ ਹੋਰ ਕੋਈ ਗੁਰੂ ਹੋਣ ਦੇ ਯੋਗ ਨਹੀਂ, ਪਰ ਹੁਣ ਤੈਨੂੰ ਅੰਦਰ ਤਾਂ ਕਿਸੇ ਨੇ ਜਾਣ ਨਹੀਂ ਦੇਣਾ। ਇੱਕ ਉਪਾਅ ਹੈ, ਜੇ ਤੂੰ ਉਹ ਕਰੇ ਤਾਂ ਜ਼ਰੂਰ ਹੀ ਤੇਰੇ ਉੱਤੇ ਰਾਜੇ ਜਨਕ ਦੀ ਕਿਰਪਾ ਹੋ ਜਾਏਗੀ। ਉਹ ਉਪਾਅ ਇਹ ਹੈ ਕਿ ਰਾਜਾ ਜਨਕ ਹਰ ਰੋਜ਼ 1000 ਸਾਦਾ ਬ੍ਰਾਹਮਣਾਂ ਨੂੰ ਅੰਨ ਛਕਾਉਂਦਾ ਹੈ ਤੇ ਉਹਨਾਂ ਦੀਆਂ ਜੂਠਾਣੀਆਂ ਪੱਤਲਾਂ ਆਪਣੇ ਹੱਥਾਂ ਨਾਲ ਬਾਰੀ ਵਿੱਚੋਂ ਬਾਹਰ ਸੁੱਟਦਾ ਹੈ। ਉਹ ਬਾਰੀ ਥਾਣੀ ਜੂਠੇ ਪੱਤਲ ਰੋਜ਼ ਬਾਹਰ ਸੁੱਟਦਾ ਹੈ, ਉਹਦੇ ਹੇਠਾਂ ਤੂੰ ਜਾ ਕੇ ਖਲੋ ਜਾ। ਜਿਸ ਦਿਨ ਰਾਜਾ ਤੈਨੂੰ ਆਪੇ ਅੰਦਰ ਬੁਲਾਏਗਾ, ਉਸ ਦਿਨ ਤੇਰੇ ਤੇ ਕਿਰਪਾ ਹੋਏਗੀ। ਪਿਤਾ ਜੀ ਦੀ ਆਗਿਆ ਮੰਨ ਕੇ ਸੁਖਦੇਵ ਜੀ ਰਾਜਾ ਜਨਕ ਦੇ ਲੰਗਰਖਾਨੇ ਦੇ ਪਿਛਵਾੜੇ ਦੀ ਬਾਰੀ ਹੇਠਾਂ ਜਾ ਕੇ ਖਲੋ ਗਏ। 12 ਵਰ੍ਹੇ ਉਹਦੇ ਸਿਰ ਉੱਤੇ ਹਰ ਰੋਜ਼ ਜੂਠੇ ਪੱਤਲ ਡੋਨੇ ਡਿੱਗਦੇ ਰਹੇ, ਪਰ ਇਸ ਨੇ ਮਨ ਨੂੰ ਫੁਰਨ ਵਸ ਨਹੀਂ ਹੋਣ ਦਿੱਤਾ। ਇਸ ਤਰ੍ਹਾਂ ਮਨ ਨੂੰ ਵਸ ਕੀਤਾ ਵੇਖ ਕੇ ਰਾਜੇ ਨੇ ਅੰਦਰ ਸਦਵਾ ਕੇ ਇੱਕ ਥਾਲੀ ਵਿੱਚ ਤੇਲ ਪਾ ਕੇ ਵਜ਼ੀਰ ਨੂੰ ਹੁਕਮ ਕੀਤਾ, ਸਾਰੇ ਸ਼ਹਿਰ ਵਿੱਚ ਇਹਦੀ ਪਰਿਕਰਮਾ ਕਰਾਓ। ਉਧਰ ਵਜ਼ੀਰ ਨੂੰ ਹੁਕਮ ਲਾ ਦਿੱਤਾ, ਜਿਸ ਰਾਹ ਥਾਣੀ ਸੁਖਦੇਵ ਨੇ ਤੇਲ ਦੀ ਥਾਲੀ ਲੈ ਕੇ ਲੰਘਣਾ ਹੈ, ਉਸੇ ਰਾਹ ਉੱਤੇ ਅਨੇਕ ਤਰ੍ਹਾਂ ਦੇ ਰਾਗ ਰੰਗ ਤਮਾਸ਼ੇ ਮੁਜਰੇ ਸ਼ੁਰੂ ਕਰਵਾ ਦਿੱਤੇ। ਹੁਕਮ ਹੋਣ ਦੀ ਦੇਰ ਸੀ, ਉਸੇ ਤਰ੍ਹਾਂ ਹੋਣ ਲੱਗ ਪਿਆ। ਭਾਵੇਂ ਰਸਤੇ ਵਿੱਚ ਕਈ ਤਰ੍ਹਾਂ ਦੇ ਕੌਤਕ ਸਨ, ਪਰ ਸੁਖਦੇਵ ਜੀ ਨੇ ਧਿਆਨ ਥਾਲੀ ਵਿੱਚ ਹੀ ਗੱਡੀ ਰੱਖਿਆ ਤੇ ਇੱਕ ਬੂੰਦ ਮਾਤਰ ਵੀ ਤੇਲ ਡਿੱਗਣ ਨਾ ਦਿੱਤਾ। ਇਸ ਤਰ੍ਹਾਂ ਨਾਲ ਪਰਿਕਰਮਾ ਕਰਕੇ ਰਾਜੇ ਦੇ ਕੋਲ ਪੁੱਜਾ ਤਾਂ ਰਾਜੇ ਨੇ ਉਹਦੇ ਮਨ ਦੀ ਅਜਿਹੀ ਸਥਿਰਤਾ ਵੇਖ ਕੇ ਉਪਦੇਸ਼ ਦੇ ਕੇ ਬ੍ਰਹਮ ਗਿਆਨ ਦਾ ਭੰਡਾਰਾ ਬਖਸ਼ ਦਿੱਤਾ। ਸ਼੍ਰੀ ਗੁਰੂ ਸਾਹਿਬ ਜੀ ਨੇ ਸੁਖਦੇਵ ਜੀ ਦੇ ਇਸ ਪ੍ਰਸੰਗ ਨੂੰ 2 ਤੁਕਾਂ ਵਿੱਚ ਇਉਂ ਫਰਮਾਇਆ ਹੈ, ਜਾਤ ਨ ਜਾਤ ਦੇਖ ਸਭ ਭਰਮੈ, ਸੁਖ ਜਨਕ ਪਗੀ ਲਗ ਧਿਆਵੇ ਗੋ, ਝੂਠਨ ਝੂਠ ਪਈ ਸਿਰ ਉਪਰ, ਖਿਨ ਮਨੁਆ ਤਿਲ ਨਾ ਡੁਲਾਵੇ ਗੋ। ਭਾਈ ਗੁਰਦਾਸ ਜੀ ਨੇ ਸੁਖਦੇਵ ਜੀ ਦੇ ਸੰਬੰਧ ਵਿੱਚ ਲਿਖਿਆ ਹੈ, 12 ਵਰੇ ਗਰਭਾਸ ਵਸ, ਜੰਮਦੇ ਹੀ ਸੁਖ ਲਈ ਉਦਾਸੀ, ਮਾਇਆ ਵਿੱਚ ਅਤੀਤ ਹੋਏ, ਮਨ ਹਠ ਬੁੱਧ ਨ ਬੰਧ ਖਲਾਸੀ, ਪਿਓ ਬਿਆਸ ਪ੍ਰਬੋਧਿਆ, ਗੁਰ ਕਰ ਜਨਕ ਸਹਿਜ ਅਭਿਆਸੀ, ਤਜ ਦੁਰਮਤ ਗੁਰਮਤ ਲਈ, ਸਿਰ ਧਰ ਝੂਠ ਮਿਲੀ ਸਾਬਾਸੀ। ਰਾਜੇ ਜਨਕ ਕੋਲੋਂ ਬ੍ਰਹਮ ਗਿਆਨ ਪ੍ਰਾਪਤ ਕਰਨ ਤੋਂ ਬਾਅਦ ਇਹਨਾਂ ਨੇ ਨਾਰਦ ਕੋਲੋਂ ਵੀ ਲੰਮਾ ਚੌੜਾ ਉਪਦੇਸ਼ ਸਰਵਣ ਕਰਕੇ ਬ੍ਰਹਮ ਨੂੰ ਪ੍ਰਾਪਤ ਕੀਤਾ। ਇੱਕ ਸਮੇਂ ਕਿਧਰੇ ਜਾ ਰਹੇ ਹੀ ਰਸਤੇ ਦੇ ਵਿੱਚ ਮੰਦਾਕਿਨੀ ਨਦੀ ਉੱਤੇ ਅਪਸਰਾਂ ਨਹਾ ਰਹੀਆਂ ਸਨ। ਇਹਨਾਂ ਨੂੰ ਵੇਖ ਕੇ ਉਹਨਾਂ ਨੇ ਕੋਈ ਲੱਜਾ ਨਾ ਕੀਤੀ, ਪਰ ਇਹਨਾਂ ਦੇ ਪਿੱਛੇ ਪਿੱਛੇ ਜਦ ਬਿਆਸ ਜੀ ਪੁੱਜੇ ਤਾਂ ਇਸਤਰੀਆਂ ਨੇ ਸ਼ਰਮ ਦੇ ਮਾਰਿਆਂ ਝੱਟ ਕੱਪੜੇ ਪਹਿਨ ਲਏ ਤੇ ਇੱਧਰ ਉੱਧਰ ਸਿਰ ਲੁਕਾਉਣ ਲੱਗੀਆਂ। ਅਜਿਹਾ ਵੇਖ ਕੇ ਬਿਆਸ ਬਹੁਤ ਹੈਰਾਨ ਹੋਇਆ ਤੇ ਕਹਿਣ ਲੱਗਾ, ਪੁੱਤਰਿਓ, ਯੁਵਾ ਉਮਰ ਵਾਲਾ ਸੁਖਦੇਵ ਤੁਹਾਡੇ ਕੋਲੋਂ ਲੰਘ ਗਿਆ। ਉਸ ਵੇਲੇ ਤੇ ਤੁਸੀਂ ਕੋਈ ਸੰਕੋਚ ਨਹੀਂ ਕੀਤਾ ਤੇ ਮੈਂ ਬਿਰਧ ਉਮਰ ਵਾਲਾ ਇਸ ਤਰ੍ਹਾਂ ਸ਼ਰਮਸਾਰ ਹੋਈਆਂ, ਇਹਦਾ ਕੀ ਕਾਰਨ? ਉੱਤਰ ਵਿੱਚ ਅਪਸਰਾ ਨੇ ਕਿਹਾ, ਸੁਖਦੇਵ ਜੀ ਨੂੰ ਇਸਤਰੀ ਪੁਰਸ਼ ਦਾ ਗਿਆਨ ਹੀ ਨਹੀਂ ਹੈ, ਉਸਨੂੰ ਸਭ ਗੋਬਿੰਦ ਰੂਪ ਦਿਸ ਰਿਹਾ ਹੈ, ਇਹੀ ਕਾਰਨ ਸਾਨੂੰ ਉਹਦੇ ਤੋਂ ਲੱਜਾ ਨਹੀਂ ਹੈ। ਤੇ ਆਪ ਜੀ ਬਾਬਾ ਸਾਨੂੰ ਕੁਝ ਕਹਿਣ ਦੀ ਲੋੜ ਨਹੀਂ, ਉਹ ਤੁਸੀਂ ਆਪ ਹੀ ਸਾਰਾ ਕੁਝ ਜਾਣਦੇ ਹੋ। ਐਸਾ ਉੱਤਰ ਸੁਣ ਕੇ ਬਿਆਸ ਜੀ ਨੂੰ ਵੀ ਸੁਖਦੇਵ ਜੀ ਦੇ ਪੂਰਨ ਬ੍ਰਹਮ ਗਿਆਨੀ ਹੋਣ ਦਾ ਨਿਸ਼ਚਾ ਹੋ ਗਿਆ। ਇੱਕ ਗਊ ਦੇ ਚੋਣ ਵਿੱਚ ਜਿੰਨਾ ਸਮਾਂ ਖਰਚ ਹੁੰਦਾ ਹੈ, ਇੰਨਾ ਸਮਾਂ ਹੀ ਸੁਖਦੇਵ ਜੀ ਹਰ ਥਾਂ ਠਹਿਰਦੇ ਸਨ। ਉਸ ਤੋਂ ਵਧੇਕ ਸਮਾਂ ਕਿਤੇ ਵੀ ਨਹੀਂ ਠਹਿਰਦੇ ਸਨ, ਪਰ ਜਿੱਥੇ ਭਗਵੰਤ ਗੁਣ ਕੀਰਤਨ ਹੁੰਦਾ ਉੱਥੇ ਮਸਤ ਹੋ ਕੇ ਆਪਾਂ ਹੀ ਭੁੱਲ ਜਾਂਦੇ ਸਨ। ਅਜਿਹਾ ਕਾਰਨ ਹੈ ਕਿ ਜੋ ਇਹਨਾਂ ਨੇ ਲਗਾਤਾਰ 7 ਦਿਨ ਤੱਕ ਮੌਤ ਦੇ ਮੂੰਹ ਵਿੱਚ ਬੈਠੇ ਹੋਏ ਰਾਜੇ ਪ੍ਰੀਸ਼ਦ ਨੂੰ 7 ਸਮਾਗਮ ਵਿੱਚ ਬੈਠ ਕੇ ਭਗਵੰਤ ਦੇ ਗੁਣ ਕੀਰਤਨ ਦਾ ਅਖੰਡ ਕੀਰਤਨ ਸੁਣਾਇਆ ਸੀ। ਅਰਥਾਤ ਭਗਵੰਤ ਦੇ ਗੁਣਾਂ ਦਾ ਵਰਣਨ ਰੂਪ
ਪਰਮਹੰਸ ਸੰਗਤਾ ਸ਼੍ਰੀਮਦ ਭਗਵਤ ਸੁਣਾਈ ਸੀ। ਇਹਨਾਂ ਨੂੰ ਕੀਰਤਨ ਭਗਤੀ ਦਾ ਅਵਤਾਰ ਵੀ ਮੰਨਿਆ ਜਾਂਦਾ ਹੈ।